ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ PSTCL ਔਰ PSPCL ਦੇ ਵਿੱਚ ਜੋ ਲਾਈਨਮੈਨ ਦੀ ਭਰਤੀ ਹੋਣ ਜਾ ਰਹੀ ਹੈ ਉਸ ਦੀ ਤਿਆਰੀ ਦੇ ਲਈ ਜਿਹੜੀ ਕਲਾਸ ਸੈਕਿੰਡ ਅੱਜ ਦਾ ਟੌਪਿਕ ਹੈ। ਜਿਵੇਂ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਲਾਈਨਮੈਨ ਦੀ ਭਰਤੀ ਦੇ ਲਈ ਤਿਆਰੀ ਦੇ ਲਈ ਇਲੈਕਟ੍ਰੀਕਲ ਸਿਲੇਬਸ ਦੇ ਨਾਲ ਜਿਹੜੇ ਟੌਪਿਕ ਵਾਈਜ਼ ਅਸੀਂ ਕਲਾਸ ਲਗਾਉਂਦੇ ਰਵਾਂਗੇ। ਸੋ ਅੱਜ ਦੀ ਟੌਪਿਕ ਜਿਹੜੇ ਹੈਗੇ ਆ ਇਸ ਦੇ ਵਿੱਚ ਉਸ ਨੂੰ ਇਲੈਕਟ੍ਰੀਕਲ ਮਟੀਰੀਅਲ ਦੇ ਵਿੱਚੋਂ ਚੁਣਿਆ ਗਿਆ ਹੈਗਾ। ਸੋ ਜਾਣਦੇ ਹਾਂ ਇਲੈਕਟ੍ਰੀਕਲ ਮਟੀਰੀਅਲ ਨਾਲ ਰਿਲੇਟਡ MCQs। ਸੋ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ, ਬਿਜਲੀ ਦੇ ਕੰਮ ਲਈ ਜਿਹੜਾ ਸੋਲਡਰ ਵਰਤਿਆ ਜਾਂਦਾ ਹੈ ਇਸ ਦਾ ਪਿੰਗਲਨ ਅੰਕ ਯਾਨੀ ਕਿ ਮੈਲਟਿੰਗ ਪੁਆਇੰਟ ਕਿੰਨਾ ਹੁੰਦਾ ਹੈ। ਜੇ ਇਸ ਦੇ ਵਿੱਚ ਇਲੈਕਟ੍ਰੀਕਲ ਕੰਮ ਦੇ ਲਈ ਪੁੱਛਿਆ ਗਿਆ ਕਿ ਸੋਲਡਰ ਕਿਹੜਾ ਵਰਤਿਆ ਜਾਂਦਾ ਤਾਂ ਉਸ ਦੇ ਵਿੱਚ ਜਿਵੇਂ ਅਲੱਗ-ਅਲੱਗ ਕੰਮ ਨੇ, ਚਾਹੇ ਉਹ ਇਲੈਕਟ੍ਰੋਨਿਕਸ ਦਾ ਹੋਵੇ, ਇਲੈਕਟ੍ਰੀਕਲ ਦਾ ਜਾਂ ਸ਼ੀਟ ਮੈਟਲ ਜਾਂ ਪਲੰਬਰ ਦਾ, ਤਾਂ ਉਸ ਦੇ ਵਿੱਚ ਸੋਲਡਰ ਅਲੱਗ-ਅਲੱਗ ਰੇਸ਼ੋ ਦੇ ਰੂਪ ਵਿੱਚ ਵਰਤਿਆ ਜਾਂਦਾ। ਉਸ ਦੇ ਵਿੱਚ ਜਿਹੜਾ ਮਟੀਰੀਅਲ ਜਿਸ ਤਰ੍ਹਾਂ ਲੈਡ ਔਰ ਟਿਨ ਯੂਜ਼ ਕੀਤਾ ਜਾਂਦਾ, ਇਸ ਤੋਂ ਇਲਾਵਾ ਹੋਰ ਮਟੀਰੀਅਲ ਯੂਜ਼ ਕੀਤਾ ਜਾਂਦਾ। ਤਾਂ ਇਸ ਦੇ ਵਿੱਚੋਂ ਇਲੈਕਟ੍ਰੀਕਲ ਕੰਮ ਲਈ ਪੁੱਛਿਆ ਗਿਆ ਜਿਹੜਾ ਸੋਲਡਰ ਹੈ ਉਸ ਦਾ ਮੈਲਟਿੰਗ ਪੁਆਇੰਟ ਪਿੰਗਲਨ ਅੰਕ ਕਿੰਨਾ ਹੁੰਦਾ। ਤਾਂ ਆਪਸ਼ਨ A ਹੈ 400 ਡਿਗਰੀ ਸੈਲਸੀਅਸ, B ਹੈਗਾ 200 ਡਿਗਰੀ ਸੈਲਸੀਅਸ, C 500 ਡਿਗਰੀ ਸੈਲਸੀਅਸ ਔਰ D ਹੈਗਾ 700 ਡਿਗਰੀ ਸੈਲਸੀਅਸ। ਤਾਂ ਜਿਹੜਾ ਇਲੈਕਟ੍ਰੀਕਲ ਕੰਮ ਬਿਜਲੀ ਦੇ ਕੰਮ ਦੇ ਲਈ ਯੂਜ਼ ਕੀਤਾ ਜਾਂਦਾ ਸੋਲਡਰ, ਉਸ ਦਾ ਮੈਲਟਿੰਗ ਪੁਆਇੰਟ 200 ਡਿਗਰੀ ਦੇ ਆਸ-ਪਾਸ ਹੁੰਦਾ, 205 ਜਾਂ 200 ਕਹਿ ਸਕਦੇ ਹਾਂ। ਤਾਂ ਇਹਨਾਂ ਦੇ ਵਿੱਚ ਜਿਹੜੀ ਆਪਸ਼ਨ ਹੈ ਉਸ ਨੂੰ B ਅਸੀਂ ਸਹੀ ਮੰਨਾਂਗੇ, 200 ਡਿਗਰੀ ਸੈਲਸੀਅਸ। ਸੈਕਿੰਡ ਕੁਐਸਚਨ ਹੈ, ਆਮ ਤੌਰ ਤੇ ਵਰਤਿਆ ਜਾਣ ਵਾਲਾ ਸੋਲਡਰਿੰਗ ਫਲਕਸ ਕਿਹੜਾ ਹੁੰਦਾ ਹੈ। ਤਾਂ ਸੋਲਡਰਿੰਗ ਦੇ ਵਿੱਚ ਕਰਦੇ ਸਮੇਂ ਜਿਹੜੀ ਕਿਸੇ ਮੈਟਲ ਦੇ ਉੱਪਰ ਪਰਤ ਜੰਮ ਜਾਂਦੀ ਹੈ ਉਸ ਨੂੰ ਹਟਾਉਣ ਦੇ ਲਈ ਅਸੀਂ ਫਲਕਸ ਯੂਜ਼ ਕਰਦੇ ਹਾਂ। ਤਾਂ ਜਿਹੜਾ ਫਲਕਸ ਕਿਹੜਾ ਵਰਤਿਆ ਜਾਂਦਾ, ਸੋਲਡਰਿੰਗ ਫਲਕਸ ਕਿਹੜਾ ਹੈਗਾ। ਆਪਸ਼ਨ A ਹੈਗੀ ਆ ਟਿਨ ਅਤੇ ਲੈਡ, B ਜ਼ਿੰਕ ਕਲੋਰਾਈਡ, C ਸੋਡੀਅਮ ਕਲੋਰਾਈਡ ਔਰ D ਹੈਗਾ ਉਪਰੋਕਤ ਕੋਈ ਨਹੀਂ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਆਮ ਵਰਤਿਆ ਜਾਣ ਵਾਲਾ ਸੋਲਡਰਿੰਗ ਫਲਕਸ ਹੈਗਾ ਇਹ ਜ਼ਿੰਕ ਕਲੋਰਾਈਡ ਹੁੰਦਾ। ਆਪਸ਼ਨ B ਸਹੀ ਹੈ ਸੈਕਿੰਡ ਦੀ ਵੀ। ਥਰਡ ਕੁਐਸਚਨ ਦੇ ਵਿੱਚ ਵੀ ਫਲਕਸ ਬਾਰੇ ਪੁੱਛਿਆ ਕਿ ਫਲਕਸ ਕਿਹੜੇ ਰੂਪ ਵਿੱਚ ਮਿਲਦਾ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੋਲਡਰਿੰਗ ਜਿਹੜਾ ਪ੍ਰੋਸੈਸ ਹੈਗਾ ਉਸ ਦੇ ਵਿੱਚ ਜਿਹੜਾ ਫਲਕਸ ਹੈ ਉਹ ਜਿਹੜੀ ਉਸ ਦੀ ਸਤ੍ਹਾ ਨੂੰ ਸਾਫ਼ ਕਰਨ ਲਈ, ਜਿਹੜੀ ਜੋਬ ਨੂੰ ਅਸੀਂ ਸੋਲਡਰ ਕਰਨ ਜਾ ਰਹੇ ਹਾਂ ਉਸ ਦਾ ਸਰਫੇਸ ਨੂੰ ਸਾਫ਼ ਕਰਨ ਦੇ ਲਈ ਫਲਕਸ ਯੂਜ਼ ਕੀਤਾ ਜਾਂਦਾ। ਤਾਂ ਉਹ ਕਿਹੜੇ ਰੂਪ ਵਿੱਚ ਮਿਲਦਾ। ਆਪਸ਼ਨ A ਪਾਊਡਰ, B ਤਰਲ ਯਾਨੀ ਕਿ ਲਿਕੁਇਡ, C ਪੇਸਟ ਔਰ D ਹੈਗਾ ਉਪਰੋਕਤ ਸਾਰੇ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਸੋਲਡਰਿੰਗ ਹੈ ਉਹ ਅਲੱਗ-ਅਲੱਗ ਕੰਮਾਂ ਦੇ ਲਈ ਕੀਤੀ ਜਾਂਦੀ ਹੈ, ਚਾਹੇ ਉਹ ਇਲੈਕਟ੍ਰੋਨਿਕਸ ਦੇ ਕੰਮ ਹੋਣ, ਚਾਹੇ ਉਹ ਇਲੈਕਟ੍ਰੀਕਲ ਦੇ ਜਾਂ ਸ਼ੀਟ ਮੈਟਲ ਜਾਂ ਪਲੰਬਰ ਲਈ। ਤਾਂ ਅਲੱਗ-ਅਲੱਗ ਰੂਪ ਦੇ ਵਿੱਚ ਜਿਹੜੀ ਅਸੀਂ ਸੋਲਡਰਿੰਗ ਕਰਦੇ ਹੈਗੇ ਆ ਤਾਂ ਉਸ ਦੇ ਵਿੱਚ ਜਿਹੜੀ ਫਲਕਸ ਵੀ ਅਲੱਗ-ਅਲੱਗ ਰੂਪ ਵਿੱਚ ਮਿਲਦੀ ਹੈ। ਤਾਂ ਫਲਕਸ ਸਾਨੂੰ ਇਹਨਾਂ ਜਿਹੜੇ ਤਿੰਨੋਂ ਨੇ ਪਾਊਡਰ, ਤਰਲ ਯਾਨੀ ਕਿ ਲਿਕੁਇਡ ਔਰ C ਪੇਸਟ ਸਾਰੇ ਰੂਪ ਦੇ ਵਿੱਚ ਮਿਲਦੀ ਹੈ। ਤਾਂ ਆਪਸ਼ਨ ਇਸ ਦੀ D ਸਹੀ ਹੈ ਥਰਡ ਦੀ। ਫੋਰਥ ਕੁਐਸਚਨ ਹੈਗਾ, ਹੇਠ ਦਿੱਤਿਆਂ ਵਿੱਚੋਂ ਕਿਹੜਾ ਸਭ ਤੋਂ ਚੰਗਾ ਇਨਸੂਲੇਟਰ ਪਦਾਰਥ ਹੈਗਾ। ਕਿ ਇਹਨਾਂ ਵਿੱਚੋਂ ਕਿਹੜਾ ਪਦਾਰਥ ਜਿਹੜਾ ਇਨਸੂਲੇਟਿੰਗ ਮਟੀਰੀਅਲ ਸਭ ਤੋਂ ਵਧੀਆ ਹੈਗਾ, ਜਿਸ ਦੇ ਵਿੱਚੋਂ ਕਰੰਟ ਪਾਸ ਨਹੀਂ ਹੋ ਸਕਦਾ, ਉਸ ਨੂੰ ਅਸੀਂ ਇਨਸੂਲੇਟਰ ਜਾਂ ਕੁਚਾਲਕ ਕਹਿ ਦਿੰਦੇ ਹਾਂ। ਇਸ ਦੇ ਵਿੱਚ ਦੱਸਿਆ ਗਿਆ ਆਪਸ਼ਨ A ਪੋਰਸਲਿਨ, ਜਿਹਨੂੰ ਅਸੀਂ ਚੀਨੀ ਮਿੱਟੀ ਕਹਿ ਦਿੰਦੇ ਹਾਂ, ਜਿਸ ਦੇ ਕਿਟ ਕੈਟ ਫਿਊਜ਼ ਵਗੈਰਾ ਤਿਆਰ ਹੁੰਦੇ ਆ, ਜਾਂ ਟਰਾਂਸਮਿਸ਼ਨ ਲਾਈਨ ਦੇ ਵਿੱਚ ਜਿਹੜੇ ਇਨਸੂਲੇਟਰ ਯੂਜ਼ ਕਰਦੇ ਆ ਉਹ ਇਸ ਮਟੀਰੀਅਲ ਦੇ ਆ ਜਾਂਦੇ ਆ। B ਬੈਕਾਲਾਈਟ, ਇਹ ਵੀ ਇੱਕ ਇਨਸੂਲੇਟਿੰਗ ਮਟੀਰੀਅਲ ਹੈ। C PVC ਯਾਨੀ ਕਿ ਪੋਲੀਵਿਲਾਈਨ ਕਲੋਰਾਈਡ, ਜਿਹੜਾ ਵਾਇਰ ਦੀ ਇਨਸੂਲੇਸ਼ਨ ਜਾਂ ਅਸੀਂ ਕੈਸਿੰਗ ਕੈਪਿੰਗ ਯੂਜ਼ ਕਰਦੇ ਹਾਂ ਜਾਂ ਪਾਈਪ ਯੂਜ਼ ਕਰਦੇ ਹਾਂ, ਜਿਸ PVC ਕੰਡਿਊਟ ਪਾਈਪ, ਉਹ ਵੀ ਇਸ ਮਟੀਰੀਅਲ ਦੇ ਆ ਜਾਂਦੇ, ਇਨਸੂਲੇਟਿੰਗ ਮਟੀਰੀਅਲ ਹੈ। ਔਰ D ਹੈਗਾ ਮਾਈਕਾ, ਮਾਈਕਾ ਯਾਨੀ ਕਿ ਅਬਰਕ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਬੈਸਟ ਇਨਸੂਲੇਟਰ ਹੈਗਾ ਮਟੀਰੀਅਲ ਉਹ D ਹੈਗਾ ਮਾਈਕਾ, ਜਾਂ ਪੰਜਾਬੀ ਦੇ ਵਿੱਚ ਅਬਰਕ ਵੀ ਲਿਖਿਆ ਹੁੰਦਾ। ਤਾਂ ਆਪਸ਼ਨ ਇਸ ਦੀ D ਸਹੀ ਹੈ। ਸਭ ਤੋਂ ਚੰਗਾ ਇਹਨਾਂ ਦੇ ਵਿੱਚੋਂ ਜਿਹੜਾ ਇਨਸੂਲੇਟਰ ਹੈ ਮਾਈਕਾ ਜਾਂ ਅਬਰਕ ਕਹਿ ਦਿੰਦੇ ਹਾਂ। ਫਿਫਥ ਕੁਐਸਚਨ ਹੈ, ਸੋਲਡਰ ਵਿੱਚ ਲੈਡ ਅਤੇ ਟਿਨ ਦੇ ਨਾਲ 2% ਅਗਰ ਜ਼ਿੰਕ ਮਿਲਾ ਕੇ ਇਸ ਨੂੰ ਕਿੱਥੇ ਵਰਤਿਆ ਜਾਂਦਾ। ਜਿਵੇਂ ਪਹਿਲੇ ਅਸੀਂ ਦੱਸਿਆ ਸੀ ਅਲੱਗ-ਅਲੱਗ ਕੰਮ ਹੈਗੇ ਆ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ ਜਾਂ ਹੋਰ ਕੰਮ ਦੇ ਲਈ ਸੋਲਡਰਿੰਗ ਕਰਦੇ ਹਾਂ। ਤਾਂ ਉੱਥੇ ਜਿਹੜੀ ਲੈਡ ਔਰ ਟਿਨ ਇਹਨਾਂ ਦੀ ਰੇਸ਼ੋ ਜਿਹੜੀ ਹੈ ਉਸ ਨੂੰ ਅਸੀਂ ਚੇਂਜ ਕਰਕੇ ਸੋਲਡਰ ਦੇ ਕੰਮ ਨੂੰ ਚੇਂਜ ਕਰ ਦਿੰਦੇ ਹਾਂ। ਜਿਸ ਤਰ੍ਹਾਂ ਸੌਫਟ ਜਾਂ ਹਾਰਡ ਸੋਲਡਰ ਤਾਂ ਜਾਂ ਫਾਈਨ ਸੋਲਡਰ, ਉਹਨਾਂ ਨੂੰ ਨਾਮ ਦਿੱਤੇ ਜਾਂਦੇ ਆ। ਤਾਂ ਇਹਦੇ ਵਿੱਚ ਦੱਸਿਆ ਅਗਰ ਲੈਡ ਔਰ ਟਿਨ ਦੇ ਨਾਲ 2% ਜ਼ਿੰਕ ਮਿਲਾਇਆ ਜਾਵੇ ਤਾਂ ਅਸੀਂ ਇਸ ਤਰ੍ਹਾਂ ਦੇ ਸੋਲਡਰ ਨੂੰ ਕਿੱਥੇ ਵਰਤਦੇ ਹਾਂ। ਆਪਸ਼ਨ A ਸਿਲਵਰ ਦਾ ਜੋੜ ਯਾਨੀ ਕਿ ਚਾਂਦੀ ਜਿਹੜੀ ਅਸੀਂ ਕਹਿ ਦਿੰਦੇ ਹਾਂ ਸਿਲਵਰ ਜੋੜ, B ਕਾਪਰ ਜੋੜ, C PVC ਜੋੜ ਔਰ D ਹੈਗਾ ਐਲੂਮੀਨੀਅਮ ਜੋੜ। ਤਾਂ ਜਿੱਥੇ ਅਸੀਂ ਐਲੂਮੀਨੀਅਮ ਦੇ ਜੋੜ ਲਗਾਉਣੇ ਆ, ਸੋਲਡਰਿੰਗ ਕਰਨੀ ਹੈ, ਤਾਂ ਉੱਥੇ ਅਸੀਂ ਲੈਡ ਔਰ ਟਿਨ ਦੇ ਵਿੱਚ 2% ਜ਼ਿੰਕ ਮਿਲਾਉਣੇ ਆ। ਉਹ ਸੋਲਡਰ ਜਿਹੜਾ ਵਰਤਿਆ ਜਾਂਦਾ ਉਹ ਐਲੂਮੀਨੀਅਮ ਦੇ ਜੋੜ ਲਗਾਉਣ ਲਈ ਵਰਤਿਆ ਜਾਂਦਾ। ਤਾਂ ਆਪਸ਼ਨ 5th ਦੀ D ਸਹੀ ਹੈ। 6ਵਾਂ ਕੁਐਸਚਨ ਹੈ,
ਪ੍ਰਿੰਟਡ ਸਰਕਟ ਬੋਰਡ ਯਾਨੀ ਕਿ PCB ਸ਼ਾਰਟ ਦੇ ਵਿੱਚ ਕਹਿ ਦਿੰਦੇ ਆ। ਇਹ PCB ਅਸੀਂ ਉਸ ਨੂੰ ਕਹਿੰਦੇ ਆ ਜਿਨ੍ਹਾਂ ਦੇ ਉੱਪਰ ਸਰਕਟ ਬਣਿਆ ਇਲੈਕਟ੍ਰੋਨਿਕ ਦੇ, ਚਾਹੇ ਉਹ TV ਹੋਣ ਜਾਂ ਰੇਡੀਓ ਪਲੇਅਰ ਜਾਂ CD ਪਲੇਅਰ ਆ ਜਾਂਦੇ, ਉਹਨਾਂ ਦੇ ਵਿੱਚ ਜਿਹੜੇ ਸਾਰੇ ਸਰਕਟ ਇੱਕ ਪਲੇਟ ਦੇ ਉੱਪਰ ਲਗਾਏ ਹੁੰਦੇ ਆ ਤਾਂ ਪ੍ਰਿੰਟ ਕੀਤਾ ਹੁੰਦਾ, ਉਸ ਨੂੰ ਅਸੀਂ PCB ਕਹਿ ਦਿੰਦੇ ਆ, ਪ੍ਰਿੰਟਡ ਸਰਕਟ ਬੋਰਡ। ਉੱਪਰ ਸੈਂਸਿਟਿਵ ਕੰਪੋਨੈਂਟ ਜਿਸ ਤਰ੍ਹਾਂ IC ਜਾਂ ਟਰਾਂਜਿਸਟਰ ਆ ਜਾਂਦੇ ਆ, ਇਹਨਾਂ ਨੂੰ ਅਸੀਂ ICs ਨੂੰ ਅਸੀਂ ਸੈਂਸਿਟਿਵ ਕੰਪੋਨੈਂਟ ਕਹਿੰਦੇ ਆ, ਸੰਵੇਦਨਸ਼ੀਲ ਆ ਜਾਂਦੇ ਆ ਕੰਪੋਨੈਂਟ। ਇਹਨਾਂ ਨੂੰ ਟੈਂਪਰੇਚਰ ਜਿਹੜਾ ਹੈਗਾ ਜ਼ਿਆਦਾ ਅਗਰ ਦੇ ਦਈਏ ਤਾਂ ਜਿਹੜੇ ਇਹ ਵਾਲੇ ਕੰਪੋਨੈਂਟ ਖਰਾਬ ਹੋ ਜਾਂਦੇ ਆ। ਤਾਂ ਇਹ ਅਗਰ ਇਹਨਾਂ ਨੂੰ ਸੋਲਡਰਿੰਗ ਕਿਹੜੇ ਸੋਲਡਰਿੰਗ ਆਇਰਨ ਦੇ ਨਾਲ ਅਸੀਂ ਕਰ ਸਕਦੇ ਹਾਂ, ਕੀਤੀ ਜਾ ਸਕਦੀ ਹੈ। ਤਾਂ ਜਿਹੜੇ PCB ਉੱਪਰ ਸੈਂਸਿਟਿਵ ਕੰਪੋਨੈਂਟ ਨੇ ਉਹਨਾਂ ਨੂੰ ਸੋਲਡਰਿੰਗ ਕਰਦੇ ਸਮੇਂ ਕਿਹੜੇ ਸੋਲਡਰਿੰਗ ਆਇਰਨ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਆਪਸ਼ਨ A ਹੈ ਟਾਰਚ ਦੁਆਰਾ ਸੋਲਡਰ ਕਰਨਾ, B ਹੈਗਾ ਡਿਪ ਸੋਲਡਰਿੰਗ, C ਹੈਗਾ ਤਾਪਮਾਨ ਕੰਟਰੋਲ ਸੋਲਡਰਿੰਗ ਆਇਰਨ ਔਰ D ਹੈਗਾ ਉਪਰੋਕਤ ਸਾਰੇ। ਤਾਂ ਇਹਨਾਂ ਦੇ ਵਿੱਚੋਂ ਜਿਹੜਾ ਤਾਪਮਾਨ ਕੰਟਰੋਲ ਸੋਲਡਰਿੰਗ ਆਇਰਨ ਹੈ, ਜਿਸ ਨੂੰ ਅਸੀਂ ਟੈਂਪਰੇਚਰ ਕੰਟਰੋਲ ਸੋਲਡਰਿੰਗ ਆਇਰਨ ਕਹਿ ਦਿੰਦੇ ਹਾਂ, ਇਸ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਜਿਹੜੇ ਇਲੈਕਟ੍ਰੋਨਿਕ ਕੰਪੋਨੈਂਟ ਨੇ ਉਹ ਅਲੱਗ-ਅਲੱਗ ਟੈਂਪਰੇਚਰ ਦੇ ਅਨੁਸਾਰ ਅਸੀਂ ਸੋਲਡਰਿੰਗ ਆਇਰਨ ਨੂੰ ਐਡਜਸਟ ਕਰਦੇ ਹਾਂ। ਕਈਆਂ ਨੂੰ ਜੇ ਅਸੀਂ ਜ਼ਿਆਦਾ ਟੈਂਪਰੇਚਰ ਦੇ ਉੱਪਰ ਸੋਲਡਰਿੰਗ ਕਰਦੇ ਹਾਂ ਤਾਂ ਉਹ ਕੰਪੋਨੈਂਟ ਖਰਾਬ ਹੋ ਜਾਂਦੇ ਆ, ਉਹ ਕੰਮ ਨਹੀਂ ਕਰਦੇ। ਤਾਂ ਆਪਸ਼ਨ 6ਵੇਂ ਦੀ C ਸਹੀ ਹੈ, ਤਾਪਮਾਨ ਕੰਟਰੋਲ ਸੋਲਡਰਿੰਗ ਆਇਰਨ। 7th ਕੁਐਸਚਨ ਹੈ ਸਟੀਲ ਵਾਇਰ ਡੈਸ਼ ਦੇ ਲਈ ਵਰਤੀ ਜਾਂਦੀ ਹੈ। ਆਪਸ਼ਨ ਹੈਗੀਆਂ ਅਰਥ ਵਾਇਰ, B ਹੈਗਾ ਕੋਰ ਵਾਇਰ, C ਹੈਗਾ ਵਾਈਂਡਿੰਗ ਲਈ ਔਰ D ਉਪਰੋਕਤ ਸਾਰੇ। ਇਹਨਾਂ ਦੇ ਵਿੱਚ ਜਿਹੜੀ ਸਟੀਲ ਵਾਇਰ ਹੈਗੀ ਆ, ਅਰਥ ਦੇ ਲਈ ਅਸੀਂ GI ਵਾਇਰ ਯੂਜ਼ ਕਰਦੇ ਹਾਂ, ਗੈਲਵੇਨਾਈਜ਼ਡ ਆਇਰਨ ਜਿਹੜਾ ਸਟੀਲ ਉਹ ਯੂਜ਼ ਕਰਦੇ ਆ। ਔਰ B ਕੋਰ ਵਾਇਰ ਆ ਗਈ, ਕੋਰ ਮੀਨਸ ਸੈਂਟਰ। ਔਰ C ਆ ਗਿਆ ਵਾਈਂਡਿੰਗ ਲਈ। ਵਾਈਂਡਿੰਗ ਲਈ ਅਸੀਂ ਜ਼ਿਆਦਾਤਰ ਕਾਪਰ ਵਾਇਰ ਯੂਜ਼ ਕਰਦੇ ਹਾਂ ਔਰ ਜਾਂ ਉਸ ਦੀ ਜਗ੍ਹਾ ਐਲੂਮੀਨੀਅਮ ਵੀ ਯੂਜ਼ ਕਰਨ ਲੱਗਦੇ ਆ। ਤਾਂ ਆਪਸ਼ਨ ਜਿਹੜੀ D ਹੈ ਉਸ ਦੇ ਵਿੱਚ ਉਪਰੋਕਤ ਸਾਰੇ ਲਿਖਿਆ। ਤਾਂ ਜਿਹੜੀ ਇਸ ਦੀ ਸਟੀਲ ਵਾਇਰ ਜਿਹੜੇ ਯੂਜ਼ ਕਰਨ ਦੀ ਇਹਨਾਂ ਆਪਸ਼ਨ ਆਈਆਂ ਨੇ, ਉਹਨਾਂ ਦੇ ਵਿੱਚ B ਆਪਸ਼ਨ ਸਹੀ ਹੈ ਕੋਰ ਵਾਇਰ। ਜਿਵੇਂ ਇੱਥੇ ਪਿਕਚਰ 'ਚ ਦੇਖੋਗੇ ਕਿ ਇਹ ਅਸੀਂ ACSR ਕੰਡਕਟਰ ਯੂਜ਼ ਕਰ ਰਹੇ ਹਾਂ, ਉਸ ਦੇ ਵਿੱਚ ਜਿਹੜੀ ਸੈਂਟਰ ਦੇ ਵਿੱਚ ਹੈ ਸਟੀਲ ਵਾਇਰ, ਇਸ ਦੀ ਜਿਹੜੀ ਖਿਚਾਅ ਸ਼ਕਤੀ ਵਧਾਉਣ ਦੇ ਲਈ ਵਰਤੀ ਜਾਂਦੀ ਹੈ। ਤਾਂ ਸਟੀਲ ਵਾਇਰ ਇਹ ਕੋਰ ਦੇ ਲਈ ਯੂਜ਼ ਕਰਦੇ ਹਾਂ। ਤਾਂ ਆਪਸ਼ਨ ਇਸ ਦੀ B ਸਹੀ ਹੈ। ਨੈਕਸਟ ਕੁਐਸਚਨ ਹੈ ਕਮੂਟੇਟਰ ਵਿੱਚ ਕਿਹੜਾ ਇਨਸੂਲੇਟਰ ਵਰਤਿਆ ਜਾਂਦਾ ਹੈ? ਆਪਸ਼ਨ A ਹੈ PVC ਯਾਨੀ ਕਿ ਪੋਲੀਵਿਨਾਈਲ ਕਲੋਰਾਈਡ, B ਹੈਗਾ ਗਲਾਸ, C ਹੈਗਾ ਵਾਰਨਿਸ਼ ਔਰ D ਹੈਗਾ ਮਾਈਕਾ, ਜਿਸ ਨੂੰ ਅਸੀਂ ਅਬਰਕ ਵੀ ਕਹਿ ਦਿੰਦੇ ਹਾਂ। ਤਾਂ ਪਹਿਲਾਂ ਜਾਣਦੇ ਹਾਂ ਕਿ ਕਮੂਟੇਟਰ ਕਿਸ ਨੂੰ ਕਹਿੰਦੇ ਆ। ਜਿਵੇਂ ਇਹ ਆਰਮੇਚਰ ਹੈ, ਆਰਮੇਚਰ ਦਾ ਜਿਹੜਾ ਇਹ ਵਾਲਾ ਪਾਰਟ ਹੈ, ਇਸ ਦੇ ਉੱਪਰ ਵਾਈਂਡਿੰਗ ਦੇ ਕਨੈਕਸ਼ਨ ਆਉਂਦੇ ਆ। ਜਿੰਨੀਆਂ ਇਹ ਕੋਇਲ ਹੈਗੀਆਂ, ਇਹਨਾਂ ਦੇ ਜਿਹੜੇ ਐਂਡ ਔਰ ਲਾਸਟ ਦੇ ਸਿਰੇ ਆ ਉਹ ਇਸ ਦੇ ਉੱਪਰ ਕਨੈਕਸ਼ਨ ਕੀਤੇ ਜਾਂਦੇ ਆ। ਇਸ ਨੂੰ ਅਸੀਂ ਕਮੂਟੇਟਰ ਕਹਿੰਦੇ ਆ। ਜਿਹੜਾ ਇਸ ਤਰ੍ਹਾਂ ਚਮਕਦਾ ਨਜ਼ਰ ਆ ਰਿਹਾ, ਕਾਪਰ ਕਲਰ ਨਜ਼ਰ ਆ ਰਿਹਾ, ਤਾਂ ਇਹ ਕਾਪਰ ਦੇ ਸੈਗਮੈਂਟ ਨੇ। ਇਹ ਹਰ ਇੱਕ ਪੀਸ ਹੈ, ਜਿਹੜੀਆਂ ਲਾਈਨਿੰਗ ਨਜ਼ਰ ਆਉਂਦੀਆਂ ਇਹ ਅਲੱਗ-ਅਲੱਗ ਪੀਸ ਨੇ ਜਿਨ੍ਹਾਂ ਦੇ ਉੱਪਰ ਇਹ ਵਾਈਂਡਿੰਗ ਦੇ ਕਨੈਕਸ਼ਨ ਹੁੰਦੇ ਆ। ਇਹ ਆਪਸ ਵਿੱਚ ਜਿਹੜੇ ਸੈਗਮੈਂਟ ਨੇ, ਜਿਹੜੇ ਪੀਸ ਨੇ ਔਰ ਸ਼ਾਫਟ ਤੋਂ ਇੱਕ ਮਾਈਕਾ ਦੁਆਰਾ ਇਨਸੂਲੇਟ ਕੀਤੇ ਹੁੰਦੇ। ਇਹ ਵਾਲਾ ਜਿਹੜਾ ਚਮਕ ਰਿਹਾ ਨਜ਼ਰ ਆ ਰਿਹਾ, ਇਹ ਮਾਈਕਾ ਇਨਸੂਲੇਟਰ ਹੈ, ਜਿਸ ਨੂੰ ਅਸੀਂ ਅਬਰਕ ਵੀ ਪੰਜਾਬੀ ਜਾਂ ਹਿੰਦੀ 'ਚ ਕਹਿ ਦਿੰਦੇ ਹਾਂ। ਤਾਂ ਇਸ ਦੇ ਵਿੱਚ ਜਿਹੜੀਆਂ ਲਾਈਨਿੰਗ ਨਜ਼ਰ ਆ ਰਹੀਆਂ ਔਰ ਜਿਹੜਾ ਇਹ ਵਾਲਾ ਪਾਰਟ ਸ਼ਾਫਟ ਤੋਂ ਇਸ ਜਿਹੜੇ ਸੈਗਮੈਂਟ ਨੂੰ ਇਨਸੂਲੇਟ ਕੀਤਾ ਮਾਈਕਾ ਦੁਆਰਾ। ਮਾਈਕਾ ਇੱਕ ਬੈਸਟ ਇਨਸੂਲੇਟਰ ਹੈ ਇਲੈਕਟ੍ਰੀਕਲ ਕੈਟਾਗਰੀ ਦੇ ਵਿੱਚ, ਇਸ ਦੇ ਵਿੱਚ ਅਸੀਂ ਅਬਰਕ ਵੀ ਕਹਿੰਦੇ ਹਾਂ। ਤਾਂ ਆਪਸ਼ਨ ਇਸ ਦੀ 8ਵੇਂ ਦੀ D ਸਹੀ ਹੈ, ਮਾਈਕਾ ਇਨਸੂਲੇਟਰ ਯੂਜ਼ ਕੀਤਾ ਜਾਂਦਾ ਕਮੂਟੇਟਰ ਦੇ ਵਿੱਚ। ਨਾਲ ਹੀ ਮੈਂ ਦੱਸ ਦੇਵਾਂ ਕਿ ਕਮੂਟੇਟਰ ਤੋਂ ਇਲਾਵਾ ਜਿਹੜੀਆਂ ਇਲੈਕਟ੍ਰਿਕ ਆਇਰਨ ਨੇ, ਪ੍ਰੈਸ ਹੈਗੀਆਂ, ਚਾਹੇ ਉਸ ਦੇ ਵਿੱਚ ਅਸੀਂ ਹੀਟ ਕਨਵਰਟਰ ਨੇ, ਤਾਂ ਜਿੱਥੇ ਹੀਟਿੰਗ ਐਲੀਮੈਂਟ ਆ ਉਹਨਾਂ ਨੂੰ ਅਸੀਂ ਜਦੋਂ ਇਨਸੂਲੇਟ ਕਰਨਾ ਤਾਂ ਉੱਥੇ ਅਸੀਂ ਮਾਈਕਾ ਦੀਆਂ ਸ਼ੀਟ ਯੂਜ਼ ਕਰਦੇ ਹਾਂ। 9th ਕੁਐਸਚਨ ਹੈ ਕਾਰਬਨ ਕਿਹੜਾ ਮਟੀਰੀਅਲ ਹੈ? ਆਪਸ਼ਨ A ਹੈ ਕੰਡਕਟਿੰਗ, B ਇਨਸੂਲੇਟਿੰਗ, C ਡਾਇਲੈਕਟ੍ਰਿਕ ਔਰ D ਹੈਗਾ ਸੈਮੀ ਕੰਡਕਟਰ। ਤਾਂ ਅਗਰ ਇਹਦਾ ਐਟੋਮਿਕ ਸਟਰਕਚਰ ਦੇਖੀਏ ਕਾਰਬਨ ਦਾ, ਤਾਂ ਇਸ ਦੇ ਜਿਹੜੇ ਐਟੋਮਿਕ ਨੰਬਰ ਹੈ 6 ਹੈਗਾ। ਤਾਂ ਇਸ ਦੇ ਵਿੱਚ ਜਿਹੜੇ ਪ੍ਰੋਟੋਨ ਔਰ ਨਿਊਟਰੋਨ ਨੇ ਉਹ ਸੈਂਟਰ ਦੇ ਵਿੱਚ ਨੇ, ਨਿਊਕਲੀਅਸ ਹੈਗਾ, ਕਿਉਂਕਿ ਗਿਣਤੀ ਜਿੰਨੇ ਪ੍ਰੋਟੋਨ ਹੋਣਗੇ ਉਨੇ ਹੀ ਇਲੈਕਟ੍ਰੋਨ ਹੁੰਦੇ ਆ। ਇਲੈਕਟ੍ਰੋਨ ਮੂਵ ਕਰਦੇ ਇਸ ਦੇ ਦੁਆਲੇ ਸੈਂਟਰ ਦੇ। ਤਾਂ ਇਸ ਦੇ ਜਿਹੜਾ ਪਹਿਲਾ ਸ਼ੈੱਲ ਹੈਗਾ ਉਸ ਦੇ ਵਿੱਚ 2 ਨੇ ਇਲੈਕਟ੍ਰੋਨ ਔਰ ਜਿਹੜਾ ਸੈਕਿੰਡ ਆ ਗਿਆ ਉਸ ਦੇ ਵਿੱਚ 4 ਨੇ। ਤਾਂ ਜਿੰਨਾ ਮਟੀਰੀਅਲ ਦੇ ਲਾਸਟ ਆਰਬਿਟ ਦੇ ਵਿੱਚ 4 ਇਲੈਕਟ੍ਰੋਨ ਆਉਂਦੇ ਨੇ ਉਹ ਸੈਮੀ ਕੰਡਕਟਰ ਕੈਟਾਗਰੀ 'ਚ ਆਉਂਦੇ ਆ। ਅਗਰ 4 ਤੋਂ ਘੱਟ ਹੋਣਗੇ ਤਾਂ ਕੰਡਕਟਰ, ਅਗਰ 4 ਤੋਂ ਜ਼ਿਆਦਾ ਹੋਣਗੇ 5 6 7 8 ਉਹ ਇਨਸੂਲੇਟਿੰਗ ਕੈਟਾਗਰੀ ਹੈ। ਅਗਰ 4 ਤੋਂ ਘੱਟ ਨੇ 3 2 1 ਉਹ ਕੰਡਕਟਿੰਗ ਕੈਟਾਗਰੀ ਹੈਗੀ ਆ। ਤਾਂ ਜਿਨ੍ਹਾਂ ਦੇ ਵਿੱਚ 4 ਆ ਜਾਂਦਾ ਲਾਸਟ ਦੇ ਵਿੱਚ, ਜਿਨ੍ਹਾਂ ਦੇ ਵਿੱਚ ਆਰਬਿਟ ਦੇ ਵਿੱਚ ਇਲੈਕਟ੍ਰੋਨ, ਉਸ ਨੂੰ ਅਸੀਂ ਸੈਮੀ ਕੰਡਕਟਰ ਮਟੀਰੀਅਲ ਕਹਿੰਦੇ ਆ। ਤਾਂ ਇਹ ਜਿਹੜਾ ਕਾਰਬਨ ਹੈਗਾ ਉਹ ਸੈਮੀ ਕੰਡਕਟਰ ਮਟੀਰੀਅਲ ਹੈ। ਤਾਂ ਆਪਸ਼ਨ ਇਸ ਦੀ D ਸਹੀ ਹੈ 9th ਦੀ। 10ਵਾਂ ਕੁਐਸਚਨ ਹੈ
ਤਾਪਮਾਨ ਦੇ ਵਧਣ ਨਾਲ ਇਨਸੂਲੇਟਰ ਦੀ ਰਜਿਸਟੈਂਸ ਯਾਨੀ ਕਿ ਪ੍ਰਤੀਰੋਧ ਡੈਸ਼ ਹੋ ਜਾਂਦਾ। ਕੀ ਹੋ ਜਾਂਦਾ? ਆਪਸ਼ਨ ਏ ਵੱਧ ਜਾਂਦਾ, ਬੀ ਘਟ ਜਾਂਦੇ ਆ, ਸੀ ਸਥਿਰ ਰਹਿੰਦੇ ਆ ਔਰ ਡੀ ਨਹੀਂ ਬਦਲਦੇ। यानी कि स्थिर और नहीं बदलते इको ऑप्शन आ गई। तो इस दे विच जिहड़ा टैंपरेचर है इंसूलेटर का, जदों इंसूलेटर का टैंपरेचर वधदा है तो उसकी जिहड़ी रजिस्टेंस है वो घट जाती है। जिहड़ियां प्योर मैटल ने उन्हां दे विच की हैगा कि टैंपरेचर वधन नाल रजिस्टेंस वधदी है और जिहड़े इंसूलेटर ने उन्हां दी जिहड़ी रजिस्टेंस है वो घट जाती है। तो ऑप्शन इसकी बी जिहड़ी है वो सही हैगी है। नैक्सट हैगा इलैक्ट्रॉनिक खेतर विच यानी कि इलैक्ट्रॉनिक्स फील्ड दे विच वरते जाने वाले सैमी कंडक्टर किहड़े हुंदे हन? ऑप्शन ए है ईडियम अते गैलियम, सी हैगा कॉपर अते यूरेका, सी सिलिकॉन अते जर्मेनियम और डी उपरोक्त सारे। तो जिहड़े इलैक्ट्रॉनिक्स फील्ड दे विच जिन्ने कंपोनेंट तैयार किए जाते हैं वो चाहे वो ट्रांजिस्टर ने ਜਾਂ PN जंक्शन डायोड ने ਜਾਂ IC ने वो ਜਿਹੜੇ सैमी कंडक्टर तैयार किए जाते हैं किहड़े मटीरियल आ सैमी कंडक्टर इन्हां दे विचों? तो उसकी ऑप्शन सी सही है सिलिकॉन अते जर्मेनियम। जिवें मैं 9th क्वेश्चन च दस्सिया सी कि सैमी कंडक्टर कैटेगरी च वो मटीरियल आउंदे ने जिन्हां दे लास्ट ऑर्बिट दे विच 4 इलैक्ट्रॉन हुंदे ने। तो इन्हां दे विचों जिहड़े सिलिकॉन और जर्मेनियम ने जिहड़े सैमी कंडक्टर है इलैक्ट्रॉनिक फील्ड दे विच यूज़ किए जाते हैं। तो ऑप्शन इसकी सी सही है 11वें दी। नैक्सट क्वेश्चन है वो किहड़े पदार्थ हुंदे हन जिन्हां दी रजिस्टिविटी चालक अते कुचालक दे विचकार हुंदी है? रजिस्टिविटी मीनस उन्हां दी जिहड़ी रजिस्टेंस है करंट रोकण दी समर्था हैगी है उसनूं असीं रजिस्टिविटी कह दिंदे आ। चालक यानी कि कंडक्टर और कुचालक मीनस इंसूलेटर। दोनों दे विचकार किहड़े मटीरियल है जिन्हां दी रजिस्टिविटी उन्हां दे विचकार आउंदी है? तो ऑप्शन ए आ गया कंडक्टर। वो मैं पहलां दस्सिया कि चालक नूं ही असीं कंडक्टर कह दिंदे आ और कुचालक यानी कि इंसूलेटर। तो इस तरह के भुलेखा पाया होंदा जदों असीं कोई टैसट दिंदे आ एग्जाम दिंदे आ। तो जिहड़ा चालक और कुचालक की गल कीती है ए और बी ऑप्शन ए इन्हां दे नाल ही है और सी हैगा सैमी कंडक्टर और डी इन्हां विचों कोई नहीं। तो जिहड़े मटीरियल हैगे आ वो सैमी कंडक्टर हुंदे आ जिन्हां दी रजिस्टिविटी चालक और कुचालक यानी कि कंडक्टर और इंसूलेटर दे विचकार हुंदी है। तो इसकी 12वें दी जिहड़ी ऑप्शन है वो सी सही है सैमी कंडक्टर। नैक्सट 13वां क्वेश्चन है वाट मीटर की मापन दे लई वरतिया जांदा? ऑप्शन ए है करंट, बी रजिस्टेंस, सी पावर और डी उपरोक्त सारे। सो करंट मेजर करने लई असीं अंपेयर मीटर यूज़ करते हैं जिहड़ा कि लोड दे सीरीज़ विच कनैक्ट हुंदा है और बी हैगा जिहड़ा रजिस्टेंस जिहड़ा दिता उस दे लई असीं ओहम मीटर यूज़ करते हैं और जिहड़ा सी हैगा पावर मेजर करने लई असीं वाट मीटर यूज़ करते हैं। तो जिहड़ी ऑप्शन इसदी सी सही है 13वें दी। नैक्सट क्वेश्चन भी मैटीरियल नाल रिलेटेड है। स्प्रिंग टाइप का रजिस्टिव जिहड़ा एलीमेंट है वो कित्थे वरतिया जांदा? ऑप्शन ए है हीटर, बी गीज़र और सी है इमर्शन रॉड जिहड़ी कि असीं पानी गर्म करने लई रॉड यूज़ करते हैं इसनूं इमर्शन रॉड कहते हैं। ऑप्शन डी जिहड़ी है उपरोक्त सारे। तो जिहड़ा स्प्रिंग टाइप का रजिस्टिव एलीमेंट है वो इन्हां सारिਆਂ ਦੇ ਵਿੱਚ ਵਰਤਿਆ ਜਾਂਦਾ हीटर विच भी, गीज़र विच भी और इमर्शन रॉड ਦੇ ਵਿੱਚ भी। तो इसकी ऑप्शन डी सही है उपरोक्त सारे। 15वां क्वेश्चन है वेरीएबल रजिस्टर किस मैटीरियल तो बने हुए होंदे हन? वेरीएबल रजिस्टर मीनस जिहड़ियां रजिस्टेंस की असीं वैल्यू चेंज कर सकते हैं बदल सकते हैगे आ। तो ऑप्शन ए हैगी आ यूरेका वायर, बी कार्बन, सी कॉपर वायर और डी हैगा ए अते बी। तो इस दे विच जिहड़ियां वेरीएबल रजिस्टेंस ने रजिस्टर हैगे आ वो असीं यूरेका वायर और कार्बन दोनों तो तैयार करते हैं। तो इसकी ऑप्शन डी सही है 15वें दी। ए और बी जिहड़ी ऑप्शन है यूरेका वायर और कार्बन दोनों तो ही असी वेरीएबल रजिस्टर तैयार करते हैं। सो उम्मीद करते हैं तुहानूं इस वीडियो तो बहुत सारी जानकारी मिली होगी और वीडियो नूं वधिया लगे तो इसनूं लाइक शेयर और कमेंट जरूर करना है और जिन्हां साथियों ने इस चैनल नूं सबसक्राइब नहीं किया वो जरूर इसनूं सबसक्राइब कर लैन ताकि तुहाडे तक नवीं वीडियो का नोटिफिकेशन मिलता रहे और वीडियो नूं लास्ट तक वेखण लई थैंक यू वेरी मच।